ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਕਿ ਅਸੀਂ ਜੋ ਖੁਦਾ ਦੇ ਧੀਆਂ ਪੁੱਤਰ ਵਾਂ, ਅਸੀਂ ਸ਼ੈਤਾਨ ਨੂੰ ਇਨਕਾਰ ਕਰਨਾ ਸਿੱਖਣਾ ਹੈ। ਬੋਲੋ ਹਾਲੇਲੂਇਆ। ਕੀ ਕਰਨਾ ਸਿੱਖਣਾ? ਸ਼ੈਤਾਨ ਨੂੰ ਇਨਕਾਰ। ਕਿਉਂਕਿ ਸ਼ੈਤਾਨ ਜਿਹੜਾ ਹੈ ਉਹ ਹਰ ਰੋਜ਼ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਔਰ ਜਦੋਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਔਰ ਸਾਡੇ ਕੋਲੋਂ ਉਹਦਾ ਇੱਕੋ ਹੀ ਮਿਸ਼ਨ ਹੈ, ਸਾਡੇ ਕੋਲੋਂ ਪਾਪ ਕਰਾਉਣਾ। ਕੀ ਹੈ ਸ਼ੈਤਾਨ ਦਾ ਮਿਸ਼ਨ? ਸਾਡੇ ਕੋਲੋਂ ਕੀ ਕਰਾਉਣਾ? ਪਾਪ ਕਰਾਉਣਾ। ਉਹ ਐਸੇ ਹਾਲਾਤ ਪੈਦਾ ਕਰਦਾ ਆ ਕਿ ਅਸੀਂ ਉਹਦੇ ਝਾਂਸੇ ਵਿੱਚ ਆ ਜਾਈਏ। ਅਸੀਂ ਇੱਕ ਇਨਸਾਨ ਦੇ ਬਾਰੇ ਪੜਾਂਗੇ ਅੱਜ, ਮੱਤੀ ਦੀ ਅੰਜੀਲ, ਉਹਦਾ 9 ਅਧਿਆਏ। ਮੱਤੀ 9 ਉਹਦੀ 9 ਐਤ। ਨਵਾਂ ਨੇਮ ਜਿਹਨੂੰ ਪਿਆਰ ਦਾ ਸੁਨੇਹਾ ਕਿਹਾ ਜਾਂਦਾ ਹੈ। ਸਭ ਤੋਂ ਪਹਿਲੀ ਅੰਜੀਲ ਹੈ ਦੀ ਮੱਤੀ ਦੀ ਅੰਜੀਲ। ਔਰ ਮੱਤੀ ਦੀ ਅੰਜੀਲ ਨੂੰ ਬਾਈਬਲ ਦੇ ਵਿੱਚ ਪਹਿਲਾ ਸਥਾਨ ਕਿਉਂ ਦਿੱਤਾ ਗਿਆ? ਜਦੋਂ ਕਿ ਸਾਰੇ ਪ੍ਰਚਾਰਕ ਮੰਨਦੇ ਆ ਕਿ ਲੂਕਾ ਦੀ ਜਿਹੜੀ ਅੰਜੀਲ ਹੈ ਉਹਦੇ ਵਿੱਚ ਜ਼ਿਆਦਾ ਵਧੀਆ ਕਰਕੇ ਲਿਖਿਆ ਗਿਆ ਹੈ, ਪਰ ਫਿਰ ਵੀ ਮੱਤੀ ਦੀ ਅੰਜੀਲ ਨੂੰ ਨਵੇਂ ਨੇਮ ਦੇ ਵਿੱਚ ਪਹਿਲਾ ਸਥਾਨ ਦਿੱਤਾ ਗਿਆ। ਇਹਦੀ 9 ਐਤ ਦੇ ਵਿੱਚ ਲਿਖਿਆ, ਯਿਸੂ ਨੇ ਉੱਥੋਂ ਅੱਗੇ ਵੱਧ ਕੇ ਮੱਤੀ ਨਾਮੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਔਰ ਉਹਨੂੰ ਕਿਹਾ ਭਈ ਮੇਰੇ ਮਗਰ ਹੋ ਤੁਰ, ਅਤੇ ਉਹ ਉੱਠ ਕੇ ਉਹਦੇ ਮਗਰ ਹੋ ਤੁਰਿਆ। ਜ਼ੋਰ ਸੇ ਬੋਲੋ ਹਾਲੇਲੂਇਆ। ਇਦਾਂ ਤਾਂ ਨਹੀਂ ਨਾ ਲਿਖਿਆ, ਕਿਉਂਕਿ ਇਹਦੇ ਉੱਪਰ ਨਾ ਯਿਸੂ ਮਸੀਹ ਦੇ ਕੋਲ ਇੱਕ ਮਨੁੱਖ ਨੂੰ ਲਿਆਉਂਦੇ ਆ ਜਿਹਨੂੰ ਅਧਰੰਗ ਦੀ ਬਿਮਾਰੀ ਆ। ਉਹਨੂੰ ਪ੍ਰਭੂ ਚੰਗਾ ਕਰਦਾ ਹੈ। ਉਹਨੂੰ ਚੰਗਾ ਕਰਨ ਤੋਂ ਬਾਅਦ ਜਦੋਂ ਪ੍ਰਭੂ ਜੀ ਅੱਗੇ ਨੂੰ ਵਧਦੇ ਨੇ, ਇੱਕ ਮਨੁੱਖ ਨੂੰ ਵੇਂਦੇ ਨੇ ਜਿਹਦਾ ਨਾਮ ਮੱਤੀ ਆ, ਔਰ ਉਹ ਵੇਲਾ ਨਹੀਂ ਬੈਠਾ। ਠੀਕ ਆ, ਹਾਂ ਵੀ ਯਿਸੂ ਮਸੀਹ ਨੇ ਦੇਖਿਆ ਮੱਤੀ ਵੇਲਾ ਬੈਠਾ, ਕੋਈ ਕੰਮ ਕਾਜ ਨਹੀਂ ਹੈਗਾ। ਨਹੀਂ ਪ੍ਰਭੂ ਜੀ ਵੇਲੇ ਆ, ਫਿਰ ਆ ਜਾ, ਫਿਰ ਚੱਲੀਏ। ਨਹੀਂ, ਮੱਤੀ ਜਿਹੜਾ ਹੈ ਉਹ ਮਸੂਲ ਲੈਣ ਵਾਲੀ ਚੌਂਕੀ ਉੱਤੇ ਬੈਠਾ ਹੈ। ਮਸੂਲ ਯਾਨੀ ਕਿ ਟੈਕਸ। ਉਹਦਾ ਕੰਮ ਸੀ ਟੈਕਸ ਲੈਣਾ ਲੋਕਾਂ ਤੋਂ। ਜਿਹੜੇ ਲੋਕ ਅੱਜ ਵੀ ਦੇਖੋ, ਤੁਸੀਂ ਆਪਣੀਆਂ ਕਾਰਾਂ ਤੇ ਜਾਂਦੇ ਜੇ ਤਾਂ ਟੋਲ ਪਲਾਜ਼ਾ ਹੁੰਦੇ ਆ ਜਿੱਥੇ ਤੁਹਾਡੇ ਕੋਲ ਰੋਡ ਟੈਕਸ ਲਿਆ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣਾ ਇਨਕਮ ਟੈਕਸ ਖੁਦ ਭਰਦੇ ਨੇ, ਔਰ ਤੁਹਾਨੂੰ ਪਤਾ ਤੁਸੀਂ ਸਾਰੇ ਆਪਣਾ ਟੈਕਸ ਦਿੰਦੇ ਜੇ। ਹਾਲੇਲੂਇਆ। ਤੁਸੀਂ ਸਾਰੇ ਟੈਕਸ ਭਰਦੇ ਜੇ। ਤੁਸੀਂ ਕਹੋਗੇ ਜੀ ਗਰੀਬ ਬੰਦਾ ਕਿੱਥੋਂ ਟੈਕਸ ਭਰਦਾ? ਤੁਸੀਂ ਜੇ ਸਾਬਣ ਵੀ ਲੈਂਦੇ ਜੇ 10 ਰੁਪਏ ਦਾ ਨਹਾਉਣ ਵਾਲਾ, ਉਹਦੇ ਉੱਤੇ ਜਿਹੜਾ ਰੇਟ ਲਿਖਿਆ ਹੁੰਦਾ ਉਹਦੇ ਉੱਤੇ ਲਿਖਿਆ ਹੁੰਦਾ ਇਨਕਲੂਡਡ ਟੈਕਸ। ਉਹ ਟੈਕਸ ਲਾ ਕੇ ਤੁਹਾਡੇ ਤੱਕ ਚੀਜ਼ ਪਹੁੰਚਦੀ। ਤਾਂ ਮੱਤੀ ਜਿਹੜਾ ਇੱਕ ਬੜਾ ਜ਼ਿੰਮੇਵਾਰ ਇਨਸਾਨ ਸੀ, ਬੜੀ ਵੱਡੀ ਜ਼ਿੰਮੇਵਾਰੀ ਸੀ ਉਹਦੇ ਉੱਤੇ। ਯਿਸੂ ਮਸੀਹ ਨੇ ਉਹਨੂੰ ਵੇਖਿਆ ਤੇ ਉਹਨੂੰ ਕਿਹਾ ਕਿ ਮੇਰੇ ਮਗਰ ਹੋ ਤੁਰ। ਇੰਗਲਿਸ਼ ਦਾ ਵਰਡ ਮੈਨੂੰ ਬੜਾ ਵਧੀਆ ਲੱਗਦਾ। ਯਿਸੂ ਮਸੀਹ ਨੇ ਕਿਹਾ ਫੋਲੋ ਮੀ। 2 ਸ਼ਬਦ ਕਹੇ ਉਹਨੂੰ, ਫੋਲੋ ਮੀ। ਪੰਜਾਬੀ 'ਚ 4 ਬਣਦੇ, ਮੇਰੇ ਮਗਰ ਹੋ ਤੁਰ। ਕਿੰਨੇ ਸ਼ਬਦ ਵਾ? 4। ਤੇ ਕਈਆਂ ਨੂੰ ਸਾਰਾ ਪਾਠ ਪੜ੍ਹਾ ਦਿੰਦੇ ਪਾਸਟਰ, ਤੇ ਉਹ ਤਾਂ ਵੀ ਢੀਠ ਬਣੇ ਰਹਿੰਦੇ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ। ਯਿਸੂ ਮਸੀਹ ਨੇ ਉਹਨੂੰ ਕਿਹਾ ਫੋਲੋ ਮੀ, ਮੇਰੇ ਮਗਰ ਹੋ ਤੁਰ। ਤੇ ਲਿਖਿਆ ਉਹ ਉੱਠ ਕੇ ਉਹਦੇ ਮਗਰ ਹੋ ਤੁਰਿਆ। ਬੋਲੋ ਸਾਰੇ ਹਾਲੇਲੂਇਆ। ਤੋ ਇਸ ਤੇ ਸੀ ਮੱਤੀ। ਕੌਣ ਸੀ? ਬੋਲੋ ਇਹ। ਉਹ ਬੋਲੋ ਯਾਰ ਜ਼ੋਰ ਦੀ। ਕੀ ਇਹਦਾ ਨਾਂ? ਜਿਹਨੂੰ ਇੰਗਲਿਸ਼ 'ਚ ਮੈਥਿਊ ਕਿਹਾ ਜਾਂਦਾ। 4 ਅਧਿਆਏ 18 ਐਤ। ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸਨੇ 2 ਭਰਾਵਾਂ ਅਰਥਾਤ ਸ਼ਮਾਉਨ ਨੂੰ, ਜਿਹੜਾ ਪਤਰਸ ਕਹਾਉਂਦਾ ਹੈ, ਅਤੇ ਉਹਦੇ ਭਰਾ ਅੰਦਰਿਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ, ਕਿਉਂ ਜੋ ਉਹ ਮਾਸੀ ਸਨ। ਮਾਸੀ ਨਹੀਂ, ਮੱਛੀਆਂ ਫੜਨ ਵਾਲੇ। ਅਤੇ ਉਹਨਾਂ ਨੂੰ ਕਿਹਾ ਮੇਰੇ ਮਗਰ ਆਓ।
ਇੱਥੇ ਵੀ ਯਿਸੂ ਮਸੀਹ ਕਹਿੰਦਾ ਫੋਲੋ ਮੀ। ਦੋ ਭਰਾ, ਸਕੇ ਭਰਾ, ਕਾਹਦਾ ਕੰਮ ਕਰਦੇ? ਮੱਛੀਆਂ ਫੜਨ ਦਾ। ਅਤੇ ਉਹਨਾਂ ਨੂੰ ਕਿਹਾ ਮੇਰੇ ਮਗਰ ਆਓ, ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਕਿੰਨਾ ਟਾਈਮ ਲਾਇਆ ਜਾਲਾਂ ਨੂੰ ਛੱਡਣ 'ਚ? ਝੱਟ। ਉੱਥੋਂ ਅੱਗੇ ਵੱਧ ਕੇ ਉਹਨੇ ਦੋ ਹੋਰ ਭਰਾਵਾਂ, ਕਈ ਕਹਿੰਦੇ ਯਾਰ ਇੱਕ ਤੇ ਬੰਦਗੀ ਤੇ ਚੱਲ ਜੇ, ਦੂਜਾ ਤੇ ਸਾਡੇ ਜੋਗਾ ਰਵੇ। ਉੱਥੋਂ ਅੱਗੇ ਵੱਧ ਕੇ ਉਹਨੇ ਹੋਰ ਦੋ ਭਰਾਵਾਂ ਅਰਥਾਤ ਜਬਦੀ ਦੇ ਪੁੱਤਰ ਯਾਕੂਬ ਨੂੰ ਅਤੇ ਉਹਦੇ ਭਾਈ ਯਹੂਨਾ ਨੂੰ ਵੇਖਿਆ, ਜਿਹੜੇ ਆਪਣੇ ਪਿਓ ਦੇ ਨਾਲ ਬੇੜੀ ਉੱਤੇ ਆਪਣੇ ਜਾਲਾਂ ਨੂੰ ਸੁਧਾਰਦੇ ਸਨ, ਅਤੇ ਉਹਨਾਂ ਨੂੰ ਸੱਦਿਆ। ਤਾਂ ਉਹ ਝੱਟ ਬੇੜੀ ਨੂੰ ਅਤੇ ਆਪਣੇ ਪਿਓ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਲੈ ਵੀ ਇਹਨਾਂ ਦੇ ਜ਼ਿਆਦਾ ਖਤਰਨਾਕ ਕੰਮ ਕਰਤਾ। ਇਹਨਾਂ ਦੇ ਬਾਰੇ ਵੇਖੋ ਕਿੱਡਾ ਕਲੀਅਰਲੀ ਲਿਖਿਆ, ਬੇੜੀ ਨੂੰ ਵੀ ਛੱਡ ਦਿੱਤਾ ਤੇ ਆਪਣੇ ਪਿਓ ਨੂੰ ਵੀ ਛੱਡ ਦਿੱਤਾ। ਔਰ ਕਿਹਦੇ ਮਗਰ ਹੋ ਤੁਰੇ ਨੇ? ਪ੍ਰਭੂ ਯਿਸੂ ਮਸੀਹ ਦੇ ਮਗਰ ਹੋ ਤੁਰੇ ਨੇ। ਇੱਕ ਗੀਤ ਹੈ, ਯਿਸੂ ਕੇ ਪੀछे मैं चलने लगा, ना लौटूंगा ना लौटूंगा, अगर कोई मेरे साथ ना आए, ना लौटूंगा ना लौटूंगा। अजी जो ਯਿਸੂ ਮਸੀਹ ਦੇ ਪਿੱਛੇ ਚੱਲਣਾ ਹੈ, ਔਰ ਯਿਸੂ ਮਸੀਹ ਜਦੋਂ ਕੁਝ ਵੀ ਕਵੇ ਤੇ ਛੇਤੀ ਨਾਲ ਕੀ ਕਰ ਦੇਣੀ ਯਿਸੂ ਮਸੀਹ ਨੂੰ? ਹਾਂ। ਫਿਰ ਜਦੋਂ ਤੁਸੀਂ ਵੀ ਬਹਿ ਕੇ ਕਰੋਗੇ ਦਵਾ ਤੇ ਯਿਸੂ ਮਸੀਹ ਵੀ ਛੇਤੀ ਨਾਲ ਕੀ ਕਰ ਦੇਗਾ? ਹਾਂ। ਤੇ ਜਦੋਂ ਤੁਸੀਂ ਕਹੋਗੇ, ਹੁਣ ਮੰਨ ਲਓ ਯਾਕੂਬ ਜੀ ਹੁਣ ਇੱਥੇ ਕਹਿੰਦੇ ਉਹ ਪ੍ਰਭੂ ਆਉਂਦੇ ਆ, ਭਾਪੇ ਨਾਲ ਜਾਲ ਜੂਲ ਇਕੱਠੇ ਕਰਾ ਆਈਏ, ਨਾਲੇ ਨਾ ਬੇੜੀ ਜਰਾ ਟਿਕਾਣੇ ਸਿਰ ਲਾ ਆਈਏ, ਫਿਰ ਆਉਂਦੇ ਆਪ ਆ ਜਾਈਏ। ਕਹੌਤਾਂ ਦੀ ਕਿਤਾਬ ਜੋ ਸੁਲੇਮਾਨ ਬਾਦਸ਼ਾਹ ਨੇ ਲਿਖੀ ਹੈ, ਉਹਦਾ 7 ਅਧਿਆਏ हे ਮੇਰੇ ਪੁੱਤਰ ਤੂੰ ਮੇਰੇ ਆਖੇ ਲੱਗ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ। ਮੇਰੇ ਹੁਕਮਾਂ ਨੂੰ ਮੰਨ ਤੇ ਜਿਉਂਦਾ ਰਹਿ ਤੇ ਮੇਰੀ ਤਾਲੀਮ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ। ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ। ਬੁੱਧ ਨੂੰ ਕਹਿ ਤੂੰ ਮੇਰੀ ਭੈਣ ਹੈ, ਤੇ ਸਮਝ ਨੂੰ ਆਪਣੀ ਜਾਣੂ ਆਖ। ਜਾਨੂ ਤੇ ਜਾਣੂ, ਜਾਨੂ ਵੀ ਪਤਾ ਕਿਹਨੂੰ ਕਹਿੰਦੇ? ਜਿਹੜਾ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੋਵੇ। ਇੱਥੇ ਲਿਖਿਆ ਸਮਝ ਨੂੰ ਕੀ ਆਖ? ਆਪਣੀ ਜਾਣੂ, ਤੈਨੂੰ ਜਾਣਨ ਵਾਲੀ ਹੋਵੇ। ਪਰਮੇਸ਼ਰ ਕਹਿੰਦਾ ਹੇ ਮੇਰੇ ਪੁੱਤਰ ਤੂੰ ਕੀ ਕਰ? ਮੇਰੇ ਆਖੇ ਲੱਗ। ਕਿਹੜੀ ਗੱਲ 'ਚ ਆਖੇ ਲੱਗ? ਸਾਰੀਆਂ ਗੱਲਾਂ 'ਚ, ਜਿੰਨੀਆਂ ਵੀ ਪਰਮੇਸ਼ਰ ਕਹਿੰਦਾ ਹੈ। 5 'ਚ ਲਿਖਿਆ ਤਾਂ ਜੋ ਉਹ ਤੈਨੂੰ ਪਰਾਈ ਤੀਵੀਂ ਤੋਂ ਬਚਾਈ ਰੱਖਣ ਅਤੇ ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋ ਦੀਆਂ ਗੱਲਾਂ ਕਰਦੀ ਹੈ। ਸੁਲੇਮਾਨ ਬਾਦਸ਼ਾਹ ਕਹਿੰਦਾ ਮੈਂ ਆਪਣੇ ਘਰ ਦੀ ਤਾਕੀ ਕੋਲ ਹੋ ਕੇ ਝਰੋਖੇ ਵਿੱਚੋਂ ਦੀ ਝਾਕਿਆ ਤਾਂ ਮੈਂ ਵੇਖਿਆ ਵੀ ਭੋਲਿਆਂ ਵਿੱਚੋਂ, ਗੱਭਰੂਆਂ ਵਿੱਚੋਂ ਇੱਕ ਜਵਾਨ ਨਿਰਬੁੱਧ ਜਿਹਾ। ਗੱਭਰੂ ਜਵਾਨ ਪਰ ਹੈਗਾ ਕੀ ਆ? ਨਿਰਬੁੱਧ ਜਿਹਾ। ਪਹਿਲਾਂ ਕਹਿ ਰਿਹਾ ਬੁੱਧ ਨੂੰ ਕੀ ਕਹਿ? ਤੂੰ ਕੀ ਆ? ਮੇਰੀ ਭੈਣ ਵਾਂ। ਤੇ ਕਈ ਕਹਿੰਦੇ ਉਹ ਬੁੱਧ ਤੇ ਆਪਾਂ ਜੇਬ 'ਚ ਪਾਈ ਫਿਰਦੇ ਵੇ, ਉਹ ਤਾਂ ਹੀ ਤੇ ਕੰਮ ਨਹੀਂ ਹੁੰਦੀ। ਗੱਭਰੂ ਜਵਾਨ ਪਰ ਹੈ ਕੀ? ਨਿਰਬੁੱਧ। ਉਸ ਤੀਵੀਂ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ ਅਤੇ ਉਸ ਨੇ ਉਹਦੇ ਘਰ ਦਾ ਰਾਹ ਫੜਿਆ। ਦਿਨ ਢਲੇ ਸਾਂਝ ਦੇ ਵੇਲੇ ਤੇ ਕਾਲੀ ਰਾਤ ਦੇ ਹਨੇਰੇ ਵਿੱਚ ਤਾਂ ਵੇਖੋ ਇੱਕ ਤੀਵੀਂ ਕੰਜਰੀ ਦਾ ਭੇਸ ਪਹਿਨੀ ਮਨ ਮੋਹਣੀ ਉਹਨੂੰ ਆ ਮਿਲੀ। ਉਹ ਬੜਬੋਲੀ ਤੇ ਮਨ ਮਤਣੀ ਹੈ। ਉਹਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ। ਉਹ ਕਦੀ ਸੜਕਾਂ ਉੱਤੇ ਕਦੀ ਚੌਂਕਾਂ ਵਿੱਚ ਹੈ, ਹਰੇਕ ਮੋੜ ਕੋਲ ਦਾਓ ਲਾਉਂਦੀ ਹੈ। ਸੋ ਉਸਨੇ ਉਹਨੂੰ ਫੜ ਕੇ ਉਹਦਾ ਚੁੰਮਾ ਲਿਆ ਤੇ ਬੇਸ਼ਰਮ ਮੂੰਹ ਨਾਲ ਉਸ ਨੂੰ ਆਖਿਆ ਮੇਲ ਦੀਆਂ ਭੇਟਾਂ ਮੈਂ ਚੜਾਉਣੀਆਂ ਸਨ ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ, ਤਾਈਏ ਮੈਂ ਤੈਨੂੰ ਮਿਲਣ ਅਤੇ ਆਹਰ ਨਾਲ ਤੈਨੂੰ ਲੱਭਣ ਨੂੰ ਨਿਕਲੀ ਹਾਂ ਅਤੇ ਹੁਣ ਤੂੰ ਮੈਨੂੰ ਲੱਭ ਪਿਆ।
इदां करदा जे शैतान तुहानूं फड़ के तुहाडा चुम्मा भी लैंदा, तुहानूं लगदा यार बड़ा प्यार करदा है। पास्टर ते दूरों ही कह दिंदा जय एमसी दी। चलो इत्थे जनानी बारे लिखिआ है, एक वेशवा दे बारे, काफ़ी आयतां ने पर असीं थोड़ा इहनूं शॉर्ट विच पढ़ांगे। 21 ऐत च लिखिआ, ਉਹਨੇ ਆਪਣੀਆਂ ਬਾਹਲੀਆਂ ਚਿਕਨੀਆਂ ਚੋਪੜੀਆਂ ਗੱਲਾਂ ਨਾਲ ਉਸ ਨੂੰ ਫਸਲਾ ਲਿਆ। ਕਿਹੜੀਆਂ ਗੱਲਾਂ ਨਾਲ? ਚਿਕਨੀਆਂ ਚੋਪੜੀਆਂ। ਆ ਦੇਖੋ ਜਦੋਂ ਇਨਸਾਨ ਬਿਮਾਰ ਹੋ ਜਾਂਦਾ ਡਾਕਟਰ ਨੂੰ ਕਹਿੰਦੇ ਕਿਹੜੀ ਰੋਟੀ ਖਾ? ਸੁੱਕੀ ਰੋਟੀ ਖਾ, ਚੋਪੜੀ ਰੋਟੀ ਨਾ ਖਾਈ। ਇਹਦਾ ਮਤਲਬ ਚੋਪੜੀ ਰੋਟੀ ਕੀ ਕਰਦੀ? ਇਨਸਾਨ ਨੂੰ ਬਿਮਾਰ ਕਰ ਦਿੰਦੀ ਆ। ਤੇ ਚਿਕਨੀਆਂ ਚੋਪੜੀਆਂ ਗੱਲਾਂ ਵੀ ਇਨਸਾਨ ਨੂੰ ਬਰਬਾਦ ਕਰ ਦਿੰਦੀਆਂ ਨੇ। ਅਤੇ ਆਪਣੇ ਬੁੱਲਾਂ ਦੀ ਲੱਲੋ ਪੱਤੋ ਨਾਲ ਧੱਕੋ ਧੱਕੀ ਉਹਨੂੰ ਲੈ ਗਈ। ਉਹ ਝੱਟ ਉਹਦੇ ਮਗਰ ਹੋ ਤੁਰਿਆ। ਤੇ ਕਿੱਦਾਂ ਹੋ ਤੁਰਿਆ? ਜਿਵੇਂ ਬਲਦ ਕੱਟਣ ਲਈ ਜਾਂ ਬੇੜੀਆਂ ਵਿੱਚੋਂ ਕੋਈ ਮੂਰਖ ਦੀ ਸਜ਼ਾ ਲਈ ਜਾਵੇ। ਸ਼ੈਤਾਨ ਬਹੁਤ ਚਲਾਕ ਜੇ, ਬਹੁਤ ਜ਼ਿਆਦਾ। ਯਿਸੂ ਮਸੀਹ ਨੇ ਸ਼ੈਤਾਨ ਨੂੰ ਚੋਰ ਕਿਹਾ ਆ, ਉਹਨੂੰ ਝੂਠਿਆਂ ਦਾ ਪਿਓ ਕਿਹਾ ਆ। ਯਹੂਨਾ 10:10 ਚ ਯਿਸੂ ਮਸੀਹ ਨੇ ਕਿਹਾ ਕਿ ਚੋਰ ਨਹੀਂ ਆਉਂਦਾ, ਪਰ ਜੇ ਆਉਂਦਾ ਤੇ ਕਾਹਦੇ ਲਈ ਆਉਂਦਾ? ਚਰਾਵੇ, ਵੱਡੇ ਤੇ ਨਾਸ਼ ਕਰੇ। ਯਿਸੂ ਕਹਿੰਦੇ ਮੈਂ ਇਸ ਲਈ ਆਇਆ ਤਾਂ ਕਿ ਤੁਹਾਨੂੰ ਜ਼ਿੰਦਗੀ ਮਿਲੇ, ਬਹੁਤਾਤ ਦੀ ਜ਼ਿੰਦਗੀ ਮਿਲੇ। ਪਿਆਰਿਓ, ਸ਼ੈਤਾਨ ਸਾਨੂੰ ਲੱਲੋ ਪੱਤੋ ਦੀਆਂ ਗੱਲਾਂ ਨਾਲ ਭਰਮਾਉਂਦਾ ਹੈ। ਅਗਰ ਅੱਜ ਤੁਸੀਂ ਸ਼ੈਤਾਨ ਨੂੰ ਨਿੱਕੀ ਜੀ ਗੱਲ ਲਈ ਨੋ ਨਹੀਂ ਕਹਿ ਸਕਦੇ ਤਾਂ ਫਿਰ ਤੁਸੀਂ ਕਿੱਦਾਂ ਅਸਲੀ ਫਾਈਟਰ ਬਣੋਗੇ? ਸ਼ੈਤਾਨ ਤੁਹਾਨੂੰ ਕਹਿੰਦਾ ਆ 10 ਰੁਪਈਆਂ ਦੀ ਹੇਰਾ ਫੇਰੀ ਕਰ ਲੈ, ਕਹਿੰਦੇ ਚੱਲ 10 ਰੁਪਈਏ ਕੋਈ ਨਹੀਂ, ਮੰਨ ਲੈਨੇ ਸ਼ੈਤਾਨ ਦੀ ਗੱਲ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਆਪਦੇ ਦੋਸਤ ਨੇ ਆਪ ਨੂੰ 30 ਰੁਪਈਏ ਦਿੱਤੇ, ਜਾਂ ਕੁਝ ਲੈ ਕੇ ਆ, ਕੁਝ ਖਾਣ ਲਈ ਲੈ ਕੇ ਆ, ਉਹ 5 ਰੁਪਈਆਂ ਦਾ ਆਇਆ, ਕਿੰਨੇ ਵੱਧ ਗਏ? 5 ਰੁਪਈਏ। ਕਦੇ ਮਤ ਸੋਚੋ 5 ਰੁਪਈਆ ਕੋਈ ਨਹੀਂ, ਉਹ ਯਾਰ ਆਪਣਾ ਉਹਨੇ ਕੀ ਕਹਿਣਾ। ਉਹਨੂੰ ਉਹਦੇ 5 ਰੁਪਈਏ ਲਿਆ ਕੇ ਜ਼ਰੂਰ ਵਾਪਸ ਦਿਓ, ਤੁਸੀਂ ਫਿਰ ਇਮਾਨਦਾਰ ਜੇ। ਇੱਕ ਦਿਨ ਤੁਸੀਂ 5 ਰੁਪਈਏ ਉਹਦੇ ਰੱਖੋਗੇ, ਫਿਰ ਇੱਕ ਦਿਨ ਤੁਸੀਂ ਉਹਦੇ 10 ਰੁਪਈਏ ਰੱਖੋਗੇ, ਫਿਰ ਇੱਕ ਦਿਨ 50 ਰੱਖੋਗੇ, ਫਿਰ ਇੱਕ ਦਿਨ 100 ਰੁਪਈਆ ਵੀ ਰੱਖੋਗੇ, ਔਰ ਜਿਹੜੀ ਤੁਹਾਡੀ ਬੇਈਮਾਨੀ ਹੈ ਫਿਰ ਹੌਲੀ ਹੌਲੀ ਵੱਧਦੀ ਜਾਏਗੀ। ਇਸ ਲਈ ਇਮਾਨਦਾਰ ਬਣਨਾ ਆ। ਸ਼ੈਤਾਨ ਜਿਹੜਾ ਸਾਡੇ ਵਿਚਾਰਾਂ ਦੇ ਵਿੱਚ ਵਾਸ ਕਰਦਾ ਹੈ, ਸਾਡੇ ਮਨ ਦੇ ਵਿੱਚ ਉਹ ਵਿਚਾਰ ਪਾਉਂਦਾ ਆ। ਸ਼ੁਰੂ ਚ ਤੁਹਾਨੂੰ ਲੱਗਦਾ ਹੈ ਯਾਰ ਆ ਜਿਹੜੇ ਸਾਡੇ ਸੱਜਣ ਮਿੱਤਰ ਵਾ, ਵੇਖੋ ਸਾਨੂੰ ਕਿੰਨਾ ਪਿਆਰ ਕਰਦੇ। ਤੇ ਐਤਵਾਰ ਜੇ ਕਿਤੇ ਆਪਾਂ ਭੁੱਲੇ ਚੁੱਕੇ ਬੰਦਗੀ ਤੇ ਚੱਲ ਜਾਂਦੇ ਨਾ, ਤੇ ਪਾਸਟਰ ਤੇ ਬੇਇੱਜ਼ਤੀ ਬੜੀ ਕਰ ਦਿੰਦਾ। ਪਰਮੇਸ਼ਰ ਕਹਿੰਦਾ ਮੈਂ ਜਿੰਨਿਆਂ ਨਾਲ ਪਿਆਰ ਕਰਦਾ ਉਹਨਿਆਂ ਨੂੰ ਝਿੜਕਦਾ ਵੀ ਆ ਤੇ ਤਾੜਦਾ ਵੀ ਆ। ਹਾਲੇਲੂਇਆ। ਪ੍ਰਭੂ ਕਹਿੰਦਾ ਜਿੰਨਿਆਂ ਨੂੰ ਪਿਆਰ ਕਰਦਾ ਉਹਨਿਆਂ ਨੂੰ ਝਿੜਕਦਾ ਵੀ ਆ ਤੇ ਤਾੜਦਾ ਵੀ ਆ। ਤੇ ਅੱਗੇ ਕੀ ਲਿਖਿਆ? ਲੋੜ ਪੈਣ ਤੇ ਕੋਰੜੇ ਵੀ ਮਾਰਦਾ ਵਾਂ। ਪਿਆਰਿਓ ਦੇਖੋ, ਯਿਸੂ ਮਸੀਹ ਦੇ ਅੰਦਰ ਇੱਕ ਵੀ ਪਾਪ ਨਹੀਂ। ਉਹਨੇ ਕਿਹਾ ਕੌਣ ਮੇਰੇ ਉੱਤੇ ਪਾਪ ਸਾਬਤ ਕਰ ਸਕਦਾ ਆ? ਪਿਲਾਤੂਸ ਹਾਕਮ ਕਹਿੰਦਾ ਤੂੰ ਕੁਝ ਬੋਲਦਾ ਨਹੀਂ, ਮੈਂ ਇਖਤਿਆਰ ਰੱਖਦਾ ਕਿ ਤੈਨੂੰ ਸਜ਼ਾ ਦੇਵਾਂ ਜਾਂ ਤੈਨੂੰ ਛੱਡ ਦਿਆਂ। ਯਿਸੂ ਮਸੀਹ ਕਹਿੰਦਾ ਤੇਰੇ ਕੋਲ ਕੋਈ ਇਖਤਿਆਰ ਨਹੀਂ ਹੈਗਾ, ਜੇ ਕਿਤੇ ਤੈਨੂੰ ਉੱਪਰੋਂ ਨਾ ਦਿੱਤਾ ਗਿਆ ਹੁੰਦਾ ਤੇ। ਉਹ ਤੇ ਪ੍ਰਭੂ ਦੇ ਹੱਕ ਵਿੱਚ ਲਿਖੀਆਂ ਗਈਆਂ ਗੱਲਾਂ ਸੀ। ਉਹ ਜਿੰਨੇ ਕੋਈ ਪਾਪ ਨਹੀਂ ਕੀਤਾ ਉਹਨੂੰ ਵੀ ਕੋਰੜੇ ਖਾਣੇ ਪਏ, ਤੇ ਅਸੀਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਪ ਦੇ ਵਿੱਚ ਡੁੱਬ ਜਾਂਦੇ ਆ। ਤੇ ਕੀ ਸਾਡਾ ਸੁਧਾਰ ਕਰਨ ਲਈ ਪਰਮੇਸ਼ਰ ਸਾਨੂੰ ਕੋਰੜੇ ਨਹੀਂ ਮਾਰੇਗਾ? ਜਿਹੜੀ ਲੱਲੋ ਪੱਤੋ ਹੁੰਦੀ ਉਹ ਸ਼ੈਤਾਨ ਕਰਦਾ ਹੈ। ਤੁਸੀਂ ਦੱਸੋ, ਜਿਹੜੀ ਆਪਣੀ ਵਾਈਫ ਹੁੰਦੀ ਆ ਉਹ ਹਮੇਸ਼ਾ ਕਰਦੀ ਆ ਏ ਜੀ, ਓ ਜੀ, ਏ ਜੀ। ਉਹਦੇ ਕਈ ਵਾਰੀ ਪਤਾ ਨਹੀਂ ਚੰਡੀ ਬਣੀ ਹੁੰਦੀ ਤੁਹਾਡੇ ਸਾਹਮਣੇ, ਪਰ ਤੁਹਾਨੂੰ ਸੱਚਾ ਪਿਆਰ ਤੁਹਾਡੀ ਵਾਈਫ ਕਰਦੀ ਹੈ, ਤੁਹਾਨੂੰ ਸੱਚਾ ਪਿਆਰ ਤੁਹਾਡੇ ਪੇਰੈਂਟਸ ਕਰਦੇ ਆ, ਤੁਹਾਨੂੰ ਸੱਚਾ ਪਿਆਰ ਤੁਹਾਡੇ ਸੱਚੇ ਦੋਸਤ ਕਰਦੇ ਆ। ਸ਼ੈਤਾਨ ਨਹੀਂ ਕਰਦਾ।
ਉਹ ਭੁਲੇਖਾ ਪਾਉਂਦਾ ਹੈ, ਉਹ ਲੱਲੋ ਪੱਤੋ ਦੀਆਂ ਗੱਲਾਂ ਕਰਦਾ ਹੈ। ਲਿਖਿਆ ਉਹਨੇ ਇੱਕ ਆਇਤ, ਉਹਨੇ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਸ ਨੂੰ ਫੁਸਲਾ ਲਿਆ। ਸ਼ੈਤਾਨ ਨੂੰ ਨਾ ਕਹਿਣੀ ਸਿੱਖੋ। ਬੋਲੋ ਹਾਲੇਲੂਇਆ। ਉਹਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ। ਮੱਤੀ ਦਾ ਜੀਵਨ ਦੇਖੋ, ਕਾਰੋਬਾਰ ਤੇ ਬੈਠਾ ਹੈ, ਆਪਣੀ ਨੌਕਰੀ ਤੇ ਬੈਠਾ ਹੈ। ਯਿਸੂ ਮਸੀਹ ਨੇ ਇੱਕ ਆਵਾਜ਼ ਮਾਰੀ, ਫੋਲੋ ਮੀ, ਮੇਰੇ ਮਗਰ ਹੋ ਤੁਰ। ਉਸੇ ਵੇਲੇ ਕੰਮ ਛੱਡਿਆ, ਯਿਸੂ ਮਸੀਹ ਦੇ ਮਗਰ ਹੋ ਤੁਰਿਆ। ਪਤਰਸ ਨੂੰ, ਉਹਦੇ ਭਰਾ ਅੰਦਰਿਆਸ ਨੂੰ ਆਵਾਜ਼ ਮਾਰੀ, ਉਹਨਾਂ ਵੀ ਕੰਮ ਛੱਡਿਆ, ਪ੍ਰਭੂ ਦੇ ਮਗਰ ਹੋ ਤੁਰੇ। ਪਿਆਰਿਓ, ਧੰਨ ਹੋ ਤੁਸੀਂ ਅਗਰ ਪ੍ਰਭੂ ਤੁਹਾਨੂੰ ਆਵਾਜ਼ ਮਾਰਦਾ ਹੈ, ਤੁਹਾਨੂੰ ਆਵਾਜ਼ ਦਿੰਦਾ ਆ, ਉੱਠ ਮੇਰੇ ਮਗਰ ਹੋ ਤੁਰ। ਤੇ ਅਸੀਂ ਲਾਪਰਵਾਹ ਬਣਦੇ ਹਾਂ। ਤੇ ਜੇ ਅਸੀਂ ਲਾਪਰਵਾਹ ਬਣਾਂਗੇ ਤਾਂ ਫਿਰ ਅਸੀਂ ਸ਼ੈਤਾਨ ਦੀ ਗੱਲ ਮੰਨਦੇ ਹਾਂ। ਅਫਸੀਆਂ ਉਹਦਾ 4 ਅਧਿਆਇ 27 ਆਇਤ, ਅਫਸੀਆਂ 4 ਅਧਿਆਇ ਉਹਦੀ 27 ਆਇਤ ਦੇ ਵਿੱਚ ਲਿਖਿਆ, ਅਤੇ ਨਾ ਸ਼ੈਤਾਨ ਨੂੰ ਥਾਂ ਦਿਓ। ਬੋਲੋ ਬਈ, ਸ਼ੈਤਾਨ ਨੂੰ ਥਾਂ। ਹਾਂ, ਜਦੋਂ ਸ਼ੈਤਾਨ ਕੋਲ ਥਾਂ ਨਹੀਂ ਨਾ ਹੋਏਗਾ। ਸ਼ੈਤਾਨ ਤੁਹਾਡੀ ਜ਼ਿੰਦਗੀ 'ਚ ਅਟੈਕ ਪਤਾ ਕਦੋਂ ਕਰਦਾ? ਜਦੋਂ ਤੁਸੀਂ ਉਹਨੂੰ ਥਾਂ ਦਿੰਦੇ ਜੀ। ਉਹਨੂੰ ਥਾਂ ਨਹੀਂ ਦੇਣਾ। ਦੇਖੋ, ਪਾਣੀ ਦਾ ਗਲਾਸ ਹੈ ਭਰਿਆ ਉੱਪਰ ਤੱਕ, ਹੁਣ ਇਹਦੇ ਵਿੱਚ ਕੁਝ ਨਹੀਂ ਪੈ ਸਕਦਾ, ਪਰ ਨਾ ਹੁਣ ਦਿਖਾ ਨਹੀਂ ਸਕਦਾ ਸਟੀਲ ਦਾ ਵਾ, ਇਹ ਅੱਧਾ ਹੋ ਗਿਆ, ਹੁਣ ਇਹਦੇ ਵਿੱਚ ਕੁਝ ਪੈ ਸਕਦਾ। ਹਾਲੇਲੂਇਆ। ਅਗਰ ਤੁਹਾਡੀ ਜ਼ਿੰਦਗੀ ਪੂਰੀ ਭਰੀ ਹੋਈ ਹੈ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ, ਯਿਸੂ ਮਸੀਹ ਦੇ ਪਿਆਰ ਦੇ ਨਾਲ, ਤਾਂ ਸ਼ੈਤਾਨ ਨੂੰ ਥਾਂ ਕਿੱਥੋਂ ਮਿਲਣੀ? ਪਰ ਜੇ ਤੁਸੀਂ ਖਾਲੀ ਜੇ, ਤੁਸੀਂ ਸ਼ੈਤਾਨ ਨੂੰ ਥਾਂ ਦਿੰਦੇ ਜੇ, ਔਰ ਉਹ ਫਿਰ ਤੁਹਾਡੀ ਜ਼ਿੰਦਗੀ ਤੇ ਅਟੈਕ ਕਰਦਾ ਹੈ। ਸ਼ੈਤਾਨ ਤੁਹਾਨੂੰ ਕਹਿੰਦਾ ਵੀ ਵਿਚਾਰ ਕਰ, ਤੁਸੀਂ ਕਰਨ ਡੈ ਪੈਂਦੇ ਜੇ। ਕਿੱਦਾਂ ਲੜੋਗੇ ਤੁਸੀਂ? ਸ਼ੈਤਾਨ ਕਹਿੰਦਾ ਚੋਰੀ ਕਰ, ਤੁਸੀਂ ਕਰਨ ਡੈ ਪੈਂਦੇ ਜੇ। ਸ਼ੈਤਾਨ ਕਹਿੰਦਾ ਗੰਦੇ ਗੀਤ ਸੁਣ, ਤੁਸੀਂ ਸੁਣ ਡੈ ਪੈਂਦੇ ਜੇ। ਤੁਸੀਂ ਸ਼ੈਤਾਨ ਨੂੰ ਥਾਂ ਦਿੰਦੇ ਜੇ, ਫਿਰ ਉਹ ਤੁਹਾਡੀ ਜ਼ਿੰਦਗੀ 'ਚ ਆਉਂਦਾ ਹੈ ਤੇ ਆ ਕੇ ਖਲਾਰਾ ਪਾਉਂਦਾ ਤੁਹਾਡਾ ਚੰਗੀ ਤਰ੍ਹਾਂ। ਫਿਰ ਇਸ ਲਈ ਹੋਸ਼ਿਆਰ ਰਹਿਣਾ। ਬੋਲੋ ਹਾਲੇਲੂਇਆ। 6 ਦੀ 18 ਅਫਸੀਆਂ ਜੋ ਆਪਾਂ ਪੜ੍ਹ ਰਹੇ ਸੀ, ਹੁਣ ਪੜੋ 6 ਅਧਿਆਏ ਉਹਦੀ 18 ਆਇਤ। ਸਾਰੀ ਪ੍ਰਾਰਥਨਾ, ਕਿੰਨੀ ਪ੍ਰਾਰਥਨਾ? ਇਹਦਾ ਮਤਲਬ ਥੋੜੀ ਪ੍ਰਾਰਥਨਾ ਵੀ ਹੁੰਦੀ ਹੈ, ਅੱਧੀ ਪ੍ਰਾਰਥਨਾ ਵੀ ਹੁੰਦੀ ਹੈ, ਇੰਨੀ ਕੁ ਵੀ ਹੁੰਦੀ ਹੈ। ਤੁਹਾਡੇ ਕੋਲੋਂ ਕਿੰਨੀ ਪ੍ਰਾਰਥਨਾ ਚਾਹੁੰਦਾ ਪਰਮੇਸ਼ਰ? ਆ ਦੇਖੋ ਆ ਗਈ ਹੈ ਭਲਾ। ਬੋਲੋ ਬੋਲੋ, ਕੀ ਹੈ? ਉੱਚੀ ਬੋਲੋ ਯਾਰ, ਕੀ ਹੈ? ਅਜੇ ਵੀ ਮੈਨੂੰ ਸੁਣਿਆ ਨਹੀਂ। ਕੀ ਹੈ? ਕੀ ਹੈ? ਆ ਕੀ ਆ? ਆ ਕੀ ਆ? ਆ ਕੀ ਆਣ? ਪਰ ਅੱਜ ਕੱਲ ਇਹਨਾਂ ਦਾ ਕਮਾਲ ਦੇਖੋ। ਆ ਤੁਸੀਂ ਮੇਰੇ ਕੋਲ ਆਉਂਦੇ ਜੇ, ਆਪਣਾ ਆਧਾਰ ਕਾਰਡ ਦਿੰਦੇ, ਇੱਕ ਆਧਾਰ ਕਾਰਡ ਦਾ ਨੰਬਰ ਭਰਦੇ, ਭਰੀਦਾ, ਉੱਤੇ ਕੀ ਲਾਈਦਾ ਮਸ਼ੀਨ ਦੇ, ਤੁਹਾਡੇ ਬੈਂਕ 'ਚੋਂ ਪੈਸੇ ਕੜਾਚ ਕਰਕੇ ਮੇਰੇ ਵੱਲ ਆ ਜਾਂਦੇ। ਤੇ ਜੇ ਅੰਗੂਠਾ ਨਾ ਲੱਗੇ ਤੇ, ਫਿੰਗਰ ਨਾ ਮੈਚਿੰਗ ਨਾ ਹੋਵੇ ਤੇ ਪੈਸੇ ਨਹੀਂ ਨਿਕਲਦੇ। ਸਿਰਫ ਉਂਗਲ ਅੰਗੂਠੇ ਚੀਚੀ ਦਾ ਕਮਾਲ ਹੈ। ਮੈਚਿੰਗ ਨਹੀਂ ਆ, ਪੈਸੇ ਨਹੀਂ ਨਿਕਲਣਗੇ। ਅਗਰ ਇੱਕ ਉਂਗਲ ਤੁਹਾਡੀ ਸਿਸਟਮ ਦੇ ਨਾਲ ਮੈਚ ਨਹੀਂ ਹੁੰਦੀ, ਤੁਹਾਡੇ ਆਪਣੇ ਖਾਤੇ 'ਚੋਂ ਪੈਸੇ ਨਹੀਂ ਬਾਹਰ ਨਿਕਲਦੇ। ਤਾਂ ਜੇ ਤੁਹਾਡੀ ਲਾਈਫ ਖੁਦਾ ਦੀਆਂ ਆਗਿਆਵਾਂ ਨਾਲ ਮੈਚ ਨਹੀਂ ਹੁੰਦੀ, ਤਾਂ ਬਰਕਤ ਕਿੱਥੋਂ ਆਏਗੀ? ਤੁਸੀਂ ਦੱਸੋ। ਲਿਖਿਆ ਕਿੰਨੀ ਪ੍ਰਾਰਥਨਾ, ਆਵਾਜ਼ ਨਹੀਂ ਹੁੰਦੀ ਤੁਹਾਡੀ। ਕਿੰਨੀ ਪ੍ਰਾਰਥਨਾ? ਸਟੇਜ ਵਾਲਾ ਤੁਸੀਂ ਜਰਾ ਜ਼ੋਰ ਦੀ ਬੋਲ ਦਿਆ ਕਰੋ। ਕਿੰਨੀ ਪ੍ਰਾਰਥਨਾ? ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ
ਇਹਦਾ ਮਤਲਬ ਜੇ ਪ੍ਰਾਰਥਨਾ ਕਰਦੇ ਤੇ ਪ੍ਰਾਰਥਨਾ ਦੇ ਵਿੱਚ ਕੀ ਕਰਨੀ ਆ? ਬੇਨਤੀ ਕਰਨੀ ਆ। ਇਹ ਨਹੀਂ ਯਿਸੂ ਮਸੀਹ ਆ ਤੈਨੂੰ ਦਿਖਦਾ ਨਹੀਂ ਤੇਰਾ ਦਾਸ ਭੁੱਖਾ ਬੈਠਾ ਹੈ, ਆ ਵੇ ਯਿਸੂ ਮਸੀਹ ਤੇ ਛੱਤ ਪੈਣ ਵਾਲੀ। ਉਹ ਬੇਨਤੀ ਕਰਨੀ ਆ। ਹਾਲੇਲੂਇਆ। ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਸ ਦੇ ਨਿਮਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਤੇ ਬੇਨਤੀ ਨਾਲ ਜਾਗਦੇ ਰਹੋ। ਆਪ ਸਮਝੋ ਇੱਕ ਗੱਲ ਨੂੰ, ਪ੍ਰਾਰਥਨਾ ਦੀ ਕਮੀ ਸ਼ੈਤਾਨ ਨੂੰ ਥਾਂ ਦਿੰਦੀ। ਤੁਸੀਂ ਦੁਆ ਕਰਨ ਬੈਠੇ ਜੇ, ਆਪ ਦੁਆ ਕਰ ਰਹੇ ਜੇ, ਦੁਆ ਕਰ ਰਹੇ ਜੇ, ਮੈਨੂੰ ਤਾਂ ਸਮਝ ਨਹੀਂ ਆਉਂਦੀ 10-15 ਮਿੰਟਾਂ ਦੀ ਦੁਆ ਨਾਲ ਕੀ ਹੁੰਦਾ? ਉਹ ਇੰਨੇ ਚਿਰ ਚ ਤਾਂ ਸੈਟਿੰਗ ਹੀ ਹੁੰਦੀ ਹੈ। ਦੱਸੋ ਹਾਂ ਭਲਾ ਹੁੰਦਾ ਏਦਾਂ ਕਿ ਨਹੀਂ? ਤੁਸੀਂ ਦੁਆ ਕਰਨ ਬਹਿੰਦੇ ਜੇ, ਕਦੀ ਧਿਆਨ ਭੂਆ ਕੋ ਚਲ ਗਿਆ ਹੈ, ਕਦੀ ਮਾਸੀ ਕੋ ਚਲ ਗਿਆ, ਕਦੀ ਨਾਨਕੇ ਚਲ ਗਿਆ, ਕਦੀ ਆਪਣੇ ਕਾਰੋਬਾਰ 'ਚ ਚਲ ਗਿਆ। 10-15 ਮਿੰਟ ਤੇ ਇਹ ਦਿਮਾਗ ਨੂੰ ਸੈੱਟ ਕਰਨ 'ਚ ਲੱਗ ਜਾਂਦੇ ਆ ਤੇ ਕਈ ਨਾ ਇੰਨੇ ਕੁ ਚਿਰ 'ਚ ਹੀ ਉੱਠ ਖਲੋਂਦੇ ਆ। ਇਹਦਾ ਮਤਲਬ ਕਨੈਕਸ਼ਨ ਤੇ ਜੋੜਿਆ ਹੀ ਨਹੀਂ। ਪ੍ਰਾਰਥਨਾ ਕਰਨ ਦੇ 3 ਸਥਾਨ ਨੇ। ਕਿੰਨੇ ਸਥਾਨ ਨੇ ਬੋਲੋ? ਮੰਗਣਾ, ਢੂੰਡਣਾ ਤੇ ਖਟਖਟਾਉਣਾ। ਮੰਗਣਾ ਸਥਾਨ ਹੈ, ਇਹਨੂੰ ਕਿਹਾ ਜਾਂਦਾ ਵਿਹੜਾ। ਜਿੱਦਾਂ ਪਹਿਲੇ ਸਮੇਂ ਦੇ ਵਿੱਚ ਖੁਦਾ ਦੇ ਘਰ ਦੇ ਕਿੰਨੇ ਸਥਾਨ ਹੁੰਦੇ ਸੀ? 3 ਸਥਾਨ। ਅਗਰ ਤੁਸੀਂ ਦੁਆ ਦੇ ਵਿੱਚ ਸਿਰਫ ਮੰਗਣ ਵਾਲੇ ਜੇ, ਅਜੇ ਤੱਕ ਤੁਹਾਡਾ ਜਿਹੜਾ ਆਤਮਿਕ ਜੀਵਨ ਹੈ ਉਹ ਵਿਹੜੇ ਵਾਲਾ ਹੈ। ਅਗਰ ਤੁਸੀਂ ਖੋਜੀ ਬਣ ਗਏ ਜੇ ਤਾਂ ਤੁਹਾਡਾ ਜੀਵਨ ਪਵਿੱਤਰ ਸਥਾਨਾਂ ਦੇ ਵਿੱਚ ਰਹਿਣ ਵਾਲਾ ਹੋ ਗਿਆ। ਔਰ ਅਗਰ ਤੁਸੀਂ ਹੁਣ ਖਟਖਟਾਉਣ ਵਾਲੇ ਜੇ ਤਾਂ ਤੁਸੀਂ ਮਹਾ ਪਵਿੱਤਰ ਸਥਾਨ ਦੇ ਅੰਦਰ ਦਾਖਲ ਹੋਣ ਵਾਲੇ ਲੋਕ ਬਣ ਗਏ ਜੇ। ਜ਼ੋਰ ਸੇ ਬੋਲੋ ਹਾਲੇਲੂਇਆ। ਇਸ ਲਈ ਕਿੰਨੀ ਦੁਆ ਕਰਨੀ? ਸਾਰੀ। ਦੁਆ ਦੇ ਨਾਲ ਕੀ ਕਰਨੀ? ਬੇਨਤੀ ਔਰ ਆਤਮਾ 'ਚ ਪ੍ਰਾਰਥਨਾ ਕਰਦੇ ਰਹਿਣਾ। ਫਿਰ ਲਿਖਿਆ ਇਸ ਦੇ ਨਿਮਿਤ ਸਾਰਿਆਂ ਸੰਤਾਂ ਲਈ ਵੀ। ਕੌਣ ਕੌਣ ਸੰਤ ਵਾ? ਹਰੇਕ ਜੋ ਬੈਪਟਿਜ਼ਮ ਹੈ ਪਾਇਆ ਹੋਇਆ ਉਹ ਸੰਤ ਆ। ਇਸ ਲਈ ਸਾਰੇ ਸੰਤਾਂ ਦੇ ਲਈ ਵੀ ਦੁਆ ਕਰਨੀ ਆ। ਜ਼ੋਰ ਸੇ ਬੋਲੋ ਹਾਲੇਲੂਇਆ। ਔਰ ਜ਼ੋਰ ਸੇ ਹੱਥ ਉਠਾ ਕੇ ਹਾਲੇਲੂਇਆ। ਪ੍ਰਾਰਥਨਾ ਦੇ ਪ੍ਰਤੀ ਕਦੇ ਲਾਪਰਵਾਹ ਨਹੀਂ ਬਣਨਾ। ਬਸ ਸ਼ੈਤਾਨ ਨੇ ਕੋਈ ਗੱਲ, ਹੁਣ ਅੱਜ ਤਾਂ ਨਹੀਂ ਬਹੁਤੀਆਂ ਪੜਾਵਾਂਗਾ। ਯਿਸੂ ਮਸੀਹ ਨੂੰ ਸ਼ੈਤਾਨ ਨੇ ਕਿਹਾ, ਕੀ ਵਿਖਾਇਆ? ਪਹਿਲਾਂ ਦੁਨੀਆ ਦੀਆਂ ਸਾਰੀਆਂ ਬਾਦਸ਼ਾਹੀਆਂ। ਤੁਹਾਨੂੰ ਵੀ ਸ਼ੈਤਾਨ ਇਦਾਂ ਦਿਖਾਉਂਦਾ, ਉਹ ਵੇਖੋ ਕੋਠੀ, ਉਹ ਵੇਖੋ ਗੱਡੀ, ਉਹ ਵੇਖੋ ਕਿਤੇ ਮੌਜਾਂ ਹੀ ਮੌਜਾਂ। ਯਿਸੂ ਮਸੀਹ ਨੂੰ ਸਾਰਾ ਕੁਝ ਦੁਨੀਆ ਦਾ ਵਿਖਾਇਆ। ਕਹਿੰਦਾ ਬਸ ਨੇ ਕਿ ਕੀ ਟੇਕਦੇ ਮੈਨੂੰ, ਸਾਰਾ ਕੁਝ ਤੈਨੂੰ ਦੇ ਦਾਂ। ਕਿਹਨੂੰ ਕਹਿ ਰਿਹਾ? ਉਹ ਜਿਹਦਾ ਆਲਰੇਡੀ ਸਾਰਾ ਕੁਝ ਹੈ। ਕੀ ਕਿਹਾ ਯਿਸੂ ਮਸੀਹ ਨੇ? ਚੱਲ ਸ਼ੈਤਾਨਾ ਮੈਥੋਂ ਕੀ ਹੋ ਜਾ, दूर हो जा। बोलो सारे हालेलुया। हाथ आगे बोलो हालेलुया। दानियल उन्हें गुलाम होके गए, लग्जरी खाना मिलिया उन्होंने खाण दे लई, पर उन्हें कहा सी ये खाना खा के अपने आप को भ्रिष्ट नहीं करांगे। इदा शैतान नूं नो कहना है। हालेलुया। शैतान दी गल नहीं मननी, नहीं तो हार जाओगे और जिंदगी नाश हो जाएगी। आइए असीं अपनी अखां नूं बंद करिए।